ਨਮਸਕਾਰ ਜੀ ਆਇਆਂ ਨੂੰ। ਅੱਜ 23ਵੀਂ ਵਾਰੀ ਇਹ ਮੈਂ ਪਿੱਛੇ ਪੇਂਟਿੰਗ ਦੇਖ ਰਿਹਾ ਸਾਂ। ਇਹ ਇੱਕ ਮੇਰੀ ਬੜੀ ਫੇਵਰੇਟ ਪੇਂਟਿੰਗ ਹੈ। ਚਾਈਨੀਜ਼ ਪੇਂਟਿੰਗ ਹੈ, ਕੋਈ 75-80 ਸਾਲ ਪੁਰਾਣੀ, ਅਤੇ ਇਹਦਾ ਨਾਮ ਹੈਗਾ ਵੈ ਵਿਜ਼ਡਮ ਐਂਡ ਲੌਂਜੇਵਿਟੀ। ਹਾਂਜੀ, ਸਿਆਣਪ ਅਤੇ ਲੰਮੀ ਉਮਰ। ਅਤੇ ਲੰਮੀ ਉਮਰ ਦਾ ਰਿਪਰੈਜ਼ੈਂਟੇਟਿਵ ਹੈ ਉਹ ਕਛੂਆ ਜਿਹਦੀ, ਅਤੇ ਸਿਆਣਪ ਦੇ ਰਿਪਰੈਜ਼ੈਂਟੇਟਿਵ ਉਹ ਇੱਕ ਮਾਊਂਟੇਨ ਲਾਈਕ ਮਨੁੱਖ ਹੈ। ਕੱਲ੍ਹ ਮੈਨੂੰ ਲੱਗਦਾ ਪਿਆ ਸੀ ਕਿ ਜਿਵੇਂ ਅਸੀਂ ਆਪਣੀਆਂ ਗੱਲਾਂ ਇੰਨੀਆਂ ਚੰਗੀ ਤਰ੍ਹਾਂ ਕਵਰ ਕਰ ਲਈਆਂ ਕਿ ਹੁਣ ਆਲਮੋਸਟ ਇਹ ਖ਼ਤਮ ਹੋਣ ਵਾਲੀਆਂ, ਪਰ ਜਦੋਂ ਦਾ ਕੱਲ੍ਹ ਦਾ ਫਿਰ ਮੈਂ ਸੋਚ ਰਿਹਾ ਸਾਂ ਗੱਲ ਕਿੱਥੇ ਵਧਣੀ ਹੈ। ਇਹ ਤਾਂ ਲੱਗਦਾ ਹੈ ਦੁਬਾਰਾ ਇੱਕ ਨਵੀਂ ਪੀਕ ਸ਼ੁਰੂ ਹੋਣੀ ਹੈ। ਚਲੋ ਉਸੇ ਗੱਲਾਂ ਨੂੰ ਵਧਾਉਂਦੇ ਹਾਂ। ਕੱਲ੍ਹ ਮੈਂ ਇੱਕ ਬਿਲਕੁਲ ਭੁੱਲ ਗਿਆ ਹੌਰਮੇਸਿਸ ਤੋਂ ਪਹਿਲੇ ਗੱਲ ਕਰਨੀ, ਜਿਹੜੀ ਕਿ ਪਰਸੋਂ ਕਰਨੀ ਸੀ, ਕਿ ਪ੍ਰੀਬਾਇਓਟਿਕਸ ਅਤੇ ਪ੍ਰੋਬਾਇਓਟਿਕਸ ਦੀ। ਉਹ ਇਸ ਲਈ, ਜਿਵੇਂ ਮੈਂ ਮੈਂਸ਼ਨ ਤਾਂ ਕੀਤਾ ਸੀ ਕਿ ਸਾਡੇ ਸਰੀਰ ਦੇ ਵਿੱਚ ਸਾਡੇ ਕੋਲ ਜਿਹਨੂੰ ਕਹਿੰਦਾ ਲੱਖਾਂ ਕਿਸਮ ਦੇ ਲੱਖਾਂ ਕਿਸਮ ਨਹੀਂ, 10,000 ਕਿਸਮ ਦੇ, ਪਰ ਕਰੋੜਾਂ ਅਰਬਾਂ ਦੀ ਤਾਦਾਦ ਵਿੱਚ ਬੈਕਟੀਰੀਆ ਹੈਗੇ ਨੇ। ਹਾਂਜੀ, ਉਹ ਬੈਕਟੀਰੀਆ ਸਾਡੀ ਚਮੜੀ ਤੋਂ ਲੈ ਕੇ ਮੂੰਹ ਤੋਂ, ਸਲਾਈਵਾ ਤੋਂ, ਗਲੇ 'ਚ, ਪੇਟ 'ਚ, ਪਰ ਸਾਰੇ ਜਿਹੜੇ ਜ਼ਿਆਦਾ ਨੇ ਉਹ ਸਾਡੀਆਂ ਆਂਤੜੀਆਂ ਵਿੱਚ, ਸਮੌਲ ਇੰਟੈਸਟਾਈਨ ਅਤੇ ਲਾਰਜ ਇੰਟੈਸਟਾਈਨ ਦੇ ਵਿੱਚ। ਇਹਨੂੰ ਸਾਰੇ ਨੂੰ ਅਸੀਂ ਹੁਣ ਵਰਡ ਇੱਕ ਯੂਜ਼ ਕਰਦੇ ਹਾਂ, ਮਾਈਕਰੋਬਾਇਓਮ। ਇਹ ਇੰਨਾ ਵੱਡਾ ਹੈ ਕਿ ਜਿੰਨੇ ਸਾਡੇ ਬੋਡੀ ਦੇ ਸੈੱਲ ਹੈਗੇ ਨੇ ਨਾ, ਉਸ ਦਾ ਤੋਂ ਕਈ ਵਾਰ ਸੋਚਿਆ ਜਾਂਦਾ ਕਿ 5 ਤੋਂ 10 ਗੁਣਾ ਜ਼ਿਆਦਾ ਸੈੱਲ ਉਹਨਾਂ ਬੈਕਟੀਰੀਆ ਦੇ ਨੇ। ਪਰ ਉਹ ਕਿਉਂਕਿ ਐਡੇ ਛੋਟੇ ਹੁੰਦੇ ਨੇ ਕਿ ਉਹ ਇੰਨੇ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਾਡੀ ਬਾਡੀ 'ਚ ਐਵਰੇਜ ਗਿਣਿਆ ਜਾਂਦਾ ਹੈ ਕਿ ਇੱਕ 70 ਕਿਲੋ ਦੇ ਮਨੁੱਖ ਦੇ ਅੰਦਰ 2 ਜਾਂ 3 ਕਿਲੋ ਬੈਕਟੀਰੀਆ ਹੈਗੇ ਨੇ। ਅਤੇ ਉਹ ਸਾਡੇ ਜਿਉਣ ਲਈ ਓਨੇ ਹੀ ਜ਼ਰੂਰੀ ਨੇ, ਸਾਡੀ ਸਿਹਤ ਲਈ ਓਨੇ ਹੀ ਜ਼ਰੂਰੀ ਨੇ ਜਿੰਨਾ ਬਾਕੀ ਕੋਈ ਸਰੀਰ ਦਾ ਹਿੱਸਾ ਕੰਮ ਕਰਦਾ। ਅਤੇ ਇਹਦੀ ਅਸਲ 'ਚ ਰਿਸਰਚ ਜ਼ਿਆਦਾ ਪਿਛਲੇ 10 ਕੁ ਸਾਲ ਤੋਂ ਹੀ ਸ਼ੁਰੂ ਹੋਈ ਹੈ। ਅਤੇ ਇਹ ਮਹਿਸੂਸ ਕਰਨਾ ਕਿ ਇਹ ਕਿੱਡੀ ਇੰਪੋਰਟੈਂਟ ਸਾਡੇ ਸਰੀਰ ਦਾ ਇੱਕ ਤਰੀਕੇ ਦਾ ਹਿੱਸਾ ਹੀ ਹੈ। ਅਤੇ ਬੈਕਟੀਰੀਆ ਸਾਡੇ ਨਾਲੋਂ ਕੋਈ, ਜਿਹਨੂੰ ਕਹਿੰਦਾ 3 ਬਿਲੀਅਨ ਸਾਲ, 3 ਅਰਬ ਸਾਲ ਪਹਿਲੇ ਈਵੋਲੂਸ਼ਨ 'ਚ ਆਏ। ਸੋ ਉਹ ਸਾਡੀ ਈਵੋਲੂਸ਼ਨ ਦਾ ਹੀ ਹਿੱਸਾ ਨੇ। ਅਤੇ ਉਹਦੇ ਲਈ ਇਹ ਜਿਹੜੀਆਂ ਦੋ ਏਜਿੰਗ ਦੀ ਇੰਟਰਵੈਂਸ਼ਨਸ ਦੇ ਮਾਮਲੇ ਵਿੱਚ ਵੀ ਅਤੇ ਸਿਹਤ ਨੂੰ ਰੱਖਣ ਦੇ ਮਾਮਲੇ ਵਿੱਚ ਵੀ, ਇਹ ਬੈਕਟੀਰੀਆ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ ਉਹਦੇ ਬਾਰੇ ਬੜੀ ਗੱਲਬਾਤ ਚੱਲਦੀ ਵੀ ਪਈ ਹੈ, ਰਿਸਰਚ ਵੀ ਹੋ ਰਹੀ ਹੈ। ਬੜੇ ਹਾਲੀ ਸਵਾਲ ਬਾਕੀ ਰਹਿੰਦੇ ਨੇ। ਹੁਣ ਜਿਵੇਂ ਬੇਸਿਕਲੀ 2 ਕੈਟੇਗਰੀਜ਼ ਦੀਆਂ ਚੀਜ਼ਾਂ ਬਣਦੀਆਂ ਪਈਆਂ, ਜਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ, ਇੱਕ ਹੁੰਦੀਆਂ ਪ੍ਰੀਬਾਇਓਟਿਕ। ਪ੍ਰੀਬਾਇਓਟਿਕ ਇਹ ਨੇ ਉਸ ਕਿਸਮ ਦੇ ਭੋਜਨ ਜਿਹੜੇ ਕਿ ਸਾਡੀ ਬਾਡੀ ਅੰਦਰ ਜਿਹੜੇ ਚੰਗੇ ਬੈਕਟੀਰੀਆ ਨੇ ਉਹਨਾਂ ਨੂੰ ਵਧਾਉਣ ਲਈ, ਉਹਨਾਂ ਨੂੰ ਮੇਨਟੇਨ ਕਰਨ ਦੇ ਲਈ ਕੰਮ ਆਉਂਦੀ ਹੈ। ਉਹ ਆਮ ਤੌਰ 'ਤੇ ਸਾਰੀਆਂ ਜਿਹੜੀਆਂ ਸਟਾਰਚ ਨੇ, ਬੂਟਿਆਂ ਦੇ ਹਿੱਸੇ ਜਿਹੜੇ ਅਸੀਂ ਆਪ ਡਾਈਜੈਸਟ ਨਹੀਂ ਕਰ ਸਕਦੇ, ਜਾਂ ਫਾਈਬਰ ਜਿਹਨੂੰ ਕਹਿੰਦੇ ਆ, ਉਹ ਪਰ ਬੈਕਟੀਰੀਆ ਉਹਨੂੰ ਡਾਈਜੈਸਟ ਕਰਦਾ, ਉਹਦੇ ਵਿੱਚੋਂ ਐਨਰਜੀ ਕੱਢਦਾ, ਅਤੇ ਉਹ ਫਿਰ ਬੈਕਟੀਰੀਆ ਵਿਟਾਮਿਨਾਂ ਬਣਾਉਂਦੇ ਨੇ ਅਤੇ ਬੜਾ ਕੁਝ ਹੋਰ ਕੰਮ ਕਰਦੇ ਨੇ ਬਾਡੀ ਦਾ। ਉਹ ਐਡਾ ਲੰਬਾ ਚੌੜਾ ਸਬਜੈਕਟ ਹੋ ਜਾਂਦਾ ਹੈ ਕਿ ਪ੍ਰੀਬਾਇਓਟਿਕਸ ਜਿਹੜੀਆਂ ਨੇ, ਕਿ ਕਿਸ ਕਿਸਮ ਦਾ ਪਲਾਂਟ ਬੇਸਡ ਭੋਜਨ, ਜ਼ਿਆਦਾ ਜਿਹੜਾ ਵੈ ਪਲਾਂਟ ਬੇਸਡ, ਪੌਦਿਆਂ ਦੇ ਵਿੱਚੋਂ ਨਿਕਲਿਆ ਭੋਜਨ, ਕਿਉਂਕਿ ਉਹਨਾਂ ਵਿੱਚ ਬੜਾ ਕੁਝ ਇਹੋ ਜਿਹੇ ਹੈਗੇ ਨੇ ਸਟਾਰਚ ਮੋਲੀਕਿਊਲਸ ਅਤੇ ਦੂਜੇ ਜਿਹੜੇ ਸਾਡਾ ਸਰੀਰ ਦੇ ਵਿੱਚ ਉਹਨਾਂ ਨੂੰ ਹਜ਼ਮ ਕਰਨ ਦੀ ਤਾਕਤ ਹੀ ਨਹੀਂ। ਸੋ ਸਿਰਫ ਲੰਘ ਸਕਦੇ ਨੇ, ਪਰ ਲੰਘਦੇ ਫਿਰ ਉਹ ਬੈਕਟੀਰੀਆ ਉਹਨਾਂ ਨੂੰ ਵਰਤਦੇ ਨੇ। ਅਤੇ ਦੂਜੇ ਹੁੰਦੀਆਂ ਨੇ, ਇਹ ਆ ਪ੍ਰੀਬਾਇਓਟਿਕ। ਅਤੇ ਪ੍ਰੋਬਾਇਓਟਿਕ ਹੁੰਦੀ ਹੈ ਕਿ ਕਿਸ ਕਿਸਮ ਦਾ ਭੋਜਨ। ਸੋ ਪਹਿਲਾ ਜਿਹੜਾ ਪ੍ਰੀਬਾਇਓਟਿਕ ਹੈ ਉਹ ਇੱਕ ਤਰੀਕੇ ਨਾਲ ਬੈਕਟੀਰੀਏ ਦਾ ਭੋਜਨ ਹੈ, ਅਤੇ ਪ੍ਰੋਬਾਇਓਟਿਕ ਇਹ ਹੈ ਕਿ ਜਿਹੜੇ ਭੋਜਨ ਦੇ ਵਿੱਚ ਹੀ ਬੈਕਟੀਰੀਆ ਹੈਗੇ ਨੇ, ਚੰਗੇ ਬੈਕਟੀਰੀਆ, ਅਤੇ ਉਹ ਸਾਡੇ ਉਸ ਪੇਟ ਦੇ ਵਿੱਚ ਜਾ ਕੇ, ਗੱਟ ਦੇ ਵਿੱਚ, ਅਤੇ ਉਹਨਾਂ ਨੂੰ ਚੰਗੇ ਬੈਕਟੀਰੀਆ ਨੂੰ ਹੋਰ ਵੀ ਪ੍ਰਫੁੱਲਤ ਕਰਨ 'ਚ ਮਦਦ ਕਰਦੇ। ਜਿਵੇਂ ਦਹੀਂ ਹੈ, ਹਾਂਜੀ, ਦਹੀਂ ਦੇ ਵਿੱਚ ਜਿਹੜਾ ਬੈਕਟੀਰੀਆ ਵੈ ਲੈਕਟੋਬੈਸਿਲਸ, ਉਹ ਬੜਾ ਚੰਗਾ ਬੈਕਟੀਰੀਆ ਗਿਣਿਆ ਜਾਂਦਾ। ਇੱਥੋਂ ਤੱਕ ਕਿ ਅੱਜ ਤੋਂ ਆਲਮੋਸਟ 100 ਸਾਲ ਪਹਿਲੇ ਇੱਕ ਰਸ਼ੀਅਨ ਸਾਇੰਟਿਸਟ ਮੈਚਨੀਕੋਫ, ਉਹਦਾ ਇਹ ਆਈਡੀਆ ਸੀ ਕਿ ਯੋਗਰਟ ਜਿਹੜਾ ਨਾ, ਇੱਥੇ ਦਹੀਂ ਨੂੰ ਯੋਗਰਟ ਕਹਿੰਦੇ ਨੇ ਕਿਉਂਕਿ ਥੋੜ੍ਹਾ ਫਰਕ ਹੈ ਉਹਨਾਂ ਦੇ ਲਾਗ ਦੇ ਵਿੱਚ, ਕਿ ਉਹ ਮੈਚਨੀਕੋਫ ਕਹਿੰਦਾ ਸੀ ਕਿ ਜੇ ਅਸੀਂ ਯੋਗਰਟ ਠੀਕ ਤਰੀਕੇ ਨਾਲ ਖਾਈ ਜਾਈਏ ਤਾਂ ਸਾਡੀ ਸਿਹਤ ਕਦੇ ਖਰਾਬ ਹੀ ਨਹੀਂ ਹੋਏਗੀ, ਅਤੇ ਉਹ ਬੜੀ ਲੰਬੀ ਉਮਰ ਵੀ ਹੋਏਗੀ। ਉਹਦੇ ਉੱਤੇ ਰਿਸਰਚ ਵੀ ਬਥੇਰੀਆਂ ਹੋਈਆਂ, ਭਾਵੇਂ ਆਪ ਮੈਚਨੀਕੋਫ ਜ਼ਿਆਦਾ ਲੰਬੀ ਦੇਰ ਨਹੀਂ ਜਿਉ ਸਕਿਆ, ਮੇਰੇ ਖਿਆਲ 'ਚ ਆਪ 75-80 ਸਾਲ ਦੀ ਉਮਰ ਤੱਕ ਜਿਉਇਆ, ਪਰ ਉਹਦਾ ਸੀ ਕਿ ਮੈਨੂੰ ਇੱਕ ਸਮਝ ਕਹਿੰਦਾ ਬੜੀ ਲੇਟ ਆਈ ਹੈ। ਸੋ ਇੰਝ ਹੀ ਜਿਹੜੇ ਭੋਜਨ ਹੁੰਦੇ ਨੇ, ਜਿਵੇਂ ਫਰਮੈਂਟਡ ਭੋਜਨ ਹੁੰਦੇ ਨੇ, ਹਾਂਜੀ, ਜਿਨ੍ਹਾਂ ਨੂੰ ਥੋੜ੍ਹੀ ਦੇਰ ਲਈ, ਜਿਵੇਂ ਈਵਨ ਅਚਾਰ,
ਆਉਂਦੇ ਨੇ ਉਹਨਾਂ ਦੇ ਵਿੱਚ ਵੀ ਬੈਕਟੀਰੀਆ ਆ ਸਕਦੇ ਨੇ, ਜਾਂ ਫਰਮੈਂਟ ਕੀਤੇ ਹੋਏ ਸਾਊਥ ਕੋਰੀਅਨ ਇੱਕ ਡਿਸ਼ ਹੈ ਕਿਮਚੀ, ਕੈਬੇਜ ਦੀ ਫਰਮੈਂਟੇਸ਼ਨ ਦੇ ਨਾਲ ਪੋਲਿਸ਼ ਇੱਕ ਭੋਜਨ ਬਣਾਉਂਦੇ ਨੇ, ਜ਼ੂਰਿਕ ਸੂਪ, ਉਹ ਇੱਕ ਵੀਟ ਦਾ ਅਤੇ ਰੁੱਗ ਰਾਈ ਦਾ ਲੈ ਕੇ ਉਹਨੂੰ ਫਰਮੈਂਟੇਸ਼ਨ ਕਰਦੇ ਨੇ। ਸੋ ਪ੍ਰੀਬਾਇਓਟਿਕ ਅਤੇ ਪ੍ਰੋਬਾਇਓਟਿਕਸ ਇਹਨਾਂ ਨੂੰ ਸਰੀਰ ਦੇ ਵਿੱਚ ਵਰਤਣਾ ਲੈਣਾ ਬੜਾ ਜ਼ਰੂਰੀ ਹੈ, ਪਰ ਹਾਲੀ ਤੱਕ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਕੰਬੀਨੇਸ਼ਨ, ਕਿਉਂਕਿ ਉਹ ਸਾਡੇ ਸਾਰੇ ਮਨੁੱਖਾਂ ਦੇ ਬੇਸਿਕਲੀ ਨਾ ਸਾਡਾ ਜਿਹੜਾ ਇਹ ਮਾਈਕਰੋਬਾਇਓਮ ਹੈ ਇਹ ਸੈੱਟ ਹੋ ਜਾਂਦਾ ਹੈ ਸਾਡੇ ਜਨਮ ਦੇ ਵੇਲੇ। ਜੇ ਜਨਮ ਸਾਡਾ ਨੋਰਮਲ ਤਰੀਕੇ ਦੇ ਨਾਲ ਸਿਜ਼ੇਰੀਅਨ ਤੋਂ ਬਗੈਰ ਮਾਂ ਦੇ ਵਜਾਈਨਾ ਦੇ ਵਿੱਚੋਂ ਬਰਥ ਹੋਇਆ ਉਦੋਂ ਸੈੱਟ ਹੁੰਦਾ, ਕਿਉਂਕਿ ਜੋ ਕੁਝ ਉੱਥੇ ਹੈਗੇ ਨੇ ਬੈਕਟੀਰੀਆ ਉਸ ਬੱਚੇ ਨੂੰ ਸਾਂਭਦੇ ਨੇ। ਸਿਜ਼ੇਰੀਅਨ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਕਈ ਵਾਰੀ ਇਸ ਮਾਈਕਰੋਬਾਇਓਮ ਦੀ ਪ੍ਰੋਬਲਮ ਦੇਖੀ ਗਈ ਹੈ, ਕਿਉਂਕਿ ਉਹਨਾਂ ਦੇ ਬੈਕਟੀਰੀਆ ਠੀਕ ਸੈੱਟ ਨਹੀਂ ਹੋਏ ਹੁੰਦੇ। ਫਿਰ ਦੇਖਿਆ ਕਿ ਸਾਰੀ ਉਮਰ ਸਰੀਰ ਆਪਣੇ ਆਪ ਨੂੰ ਜੇ ਕੋਈ ਵੱਡੀ ਬਿਮਾਰੀ ਨਹੀਂ ਆਈ ਤੇ ਮਾਈਕਰੋਬਾਇਓਮ ਨੂੰ ਕਾਬੂ 'ਚ ਰੱਖਦਾ ਹਾਂਜੀ, ਉਹਦੇ ਵਿੱਚ ਖਾਣ ਦਾ, ਸਿਹਤ ਦਾ, ਮਾਨਸਿਕ ਦਾ, ਬੜੀਆਂ ਚੀਜ਼ਾਂ ਦਾ ਫਰਕ ਅਸਰ ਪੈਂਦਾ, ਉਹ ਅਸੀਂ ਗੱਲਾਂ ਕਰਾਂਗੇ। ਤੇ ਬੁਢੇਪੇ ਦੇ ਵਿੱਚ ਜਾ ਕੇ ਫਿਰ ਮੇਰੇ ਕੁਝ ਖਾਸ ਦੋਸਤ ਨੇ ਇਟਲੀ 'ਚ, ਉਹਨਾਂ ਨੇ ਰਿਸਰਚ ਕੀਤੀ ਕਿ 65-70 ਸਾਲ ਦੀ ਉਮਰ ਦੇ ਵਿੱਚ ਫਿਰ ਉਹ ਮਾਈਕਰੋਬਾਇਓਮ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੁੰਦੀਆਂ। ਉਹਦੀ ਹਾਲੀ ਸਾਨੂੰ ਜ਼ਿਆਦਾ ਸਮਝ ਨਹੀਂ ਕਿ ਕਿਉਂ। ਉਹਦਾ ਇੱਕ ਕਾਰਨ ਉਹ ਦੇਖਦੇ ਨੇ ਕਿਉਂਕਿ ਬੁਢੇਪੇ ਜਾ ਕੇ ਸਾਡਾ ਖਾਣ ਪਾਣ ਕਈ ਵਾਰ ਬੜਾ ਬਦਲ ਜਾਂਦਾ, ਕਿਉਂਕਿ ਕਈ ਚੀਜ਼ਾਂ ਨੂੰ ਅਸੀਂ ਹਜ਼ਮ ਨਹੀਂ ਕਰ ਸਕਦੇ, ਕਈਆਂ ਦਾ ਸਾਡੇ ਕੋਲ ਸਵਾਦ ਮੁੱਕ ਗਿਆ ਹੁੰਦਾ, ਕਈ ਸਾਡੇ ਕੋਲ ਅਫੋਰਡ ਨਹੀਂ ਹੁੰਦੀਆਂ, ਅਤੇ ਉਹ ਮਾਈਕਰੋਬਾਇਓਮ ਦਾ ਇਹ ਬੜਾ ਉਹਦੇ ਉੱਤੇ ਅਸਰ ਪੈਂਦਾ, ਬੁਢੇਪੇ ਉੱਤੇ ਵੀ, ਸਿਹਤ ਉੱਤੇ। ਸਿਹਤ ਦੇ ਮਾਮਲੇ 'ਚ ਬੜੀ ਇੰਟਰਸਟਿੰਗ ਗੱਲ ਮਾਈਕਰੋਬਾਇਓਮ ਦੀ ਇਹ ਹੈ, ਇਹ ਦੇਖੀ ਗਈ ਹੈ ਕਿ ਜਿਵੇਂ ਜਿਹੜੇ ਕੁਝ ਲੋਕ ਬਹੁਤ ਜ਼ਿਆਦਾ ਮੋਟੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਓਬਿਸਿਟੀ ਦੀ ਆਲਮੋਸਟ ਬਿਮਾਰੀ ਦਾ ਨਾਂ ਦੇ ਸਕਦੇ ਹਾਂ, ਕਿ ਜੋ ਮਰਜ਼ੀ ਵਿਚਾਰੇ ਕਰਨ, ਦਵਾਈਆਂ ਖਾਣ, ਕਸਰਤਾਂ ਕਰਨ, ਪਤਲੇ ਹੀ ਨਹੀਂ ਹੁੰਦੇ ਜਾਂ ਵੇਟ ਲੂਜ਼ ਨਹੀਂ ਹੁੰਦਾ। ਉੱਥੇ ਦੇਖਿਆ ਗਿਆ ਕਿ ਜੇ ਕਿਸੇ ਸਿਹਤਮੰਦ ਪਤਲੇ ਇਨਸਾਨ ਦੀ, ਪਤਲੇ ਦਾ ਮਤਲਬ ਇਹ ਨਹੀਂ ਕਿ ਬਹੁਤ ਹੀ ਜਿਹੜਾ ਉਹ ਵੀ ਕਮਜ਼ੋਰੀ ਵੱਲ ਜਾਵੇ, ਸਿਹਤਮੰਦ ਇਨਸਾਨ ਦੀ ਉਹਦੀ ਤੁਸੀਂ ਹੱਸੋਗੇ ਲਫ਼ਜ਼ ਵਰਤ ਰਿਹਾ, ਕਿ ਉਹਦੀ ਟੱਟੀ ਲੈ ਕੇ ਥੋੜ੍ਹੀ ਜਿਹੀ, ਹਾਂਜੀ, ਉਹਦੀ ਟੱਟੀ ਲੈ ਕੇ ਤੇ ਮੋਟੇ ਬੰਦੇ ਦੇ ਅੰਦਰ ਇਨਸ ਵੱਲੋਂ ਪਾਈ ਜਾਵੇ, ਤੇ ਇਹਨੂੰ ਕਹਿੰਦਾ ਫੀਕਲ ਟਰਾਂਸਪਲਾਂਟੇਸ਼ਨ, ਉਹਦੇ ਨਾਲ ਮੋਟੇ ਬੰਦੇ ਦਾ ਮੋਟਾਪਾ ਕਾਬੂ 'ਚ ਆਉਣ ਦੇ ਬਹੁਤ ਚਾਂਸਸ ਵੱਧ ਜਾਂਦੇ। ਇਹ ਬੜੀ ਅੱਜ ਕੱਲ੍ਹ ਪਾਪੂਲਰ ਚੱਲ ਰਹੀ ਹੈ। ਉਹਦੇ ਤੋਂ ਹੁਣ ਨਵੀਆਂ ਤਰੀਕੇ ਬਣ ਰਹੇ ਨੇ ਕਿ ਕਿਸੇ ਦੀ ਇੰਜ ਟੱਟੀ ਲੈ ਕੇ ਤੇ ਉਹਨੂੰ ਫਿਰ ਫਰੀਜ਼ ਡਰਾਈ ਕਰਕੇ ਉਹਦੀਆਂ ਹੁਣ ਗੋਲੀਆਂ ਵੀ ਬਣਨੀਆਂ ਸ਼ੁਰੂ ਹੋਈਆਂ ਕਿ ਤੁਸੀਂ ਕਿਸ ਕਿਸਮ ਦੇ ਬੈਕਟੀਰੀਏ ਜਿਹੜੇ ਕਿਸੇ ਹੈਲਦੀ ਇਨਸਾਨ ਦੇ ਨੇ, ਕਿਉਂਕਿ ਹਾਲੀ ਉਹਦੀ ਪਛਾਣ ਲੈਬੋਰਟਰੀ 'ਚ ਕਰਨੀ ਬੜੀ ਮੁਸ਼ਕਿਲ ਹੈ, ਕਿਉਂਕਿ ਉਹ 10-12 ਹਜ਼ਾਰ ਕਿਸਮਾਂ ਦੇ ਬੈਕਟੀਰੀਏ ਨੇ। ਸੋ ਇੰਜ ਦੀਆਂ ਚੀਜ਼ਾਂ ਚੱਲਦੀਆਂ ਪਈਆਂ। ਕਈ ਲੋਕ ਮੇਰੇ ਵਾਕਫ ਸਾਇੰਸਦਾਨ ਇਹ ਵੀ ਰਿਸਰਚ ਕਰਦੇ ਪਏ ਨੇ ਕਿ ਜੇ ਅਸੀਂ ਯੰਗ ਬੰਦਿਆਂ ਦੇ, ਹਾਂਜੀ, ਹੈਲਦੀ ਯੂਥਫੁਲ ਇਨਸਾਨਾਂ ਦੇ, ਨੌਜਵਾਨਾਂ ਦੇ ਇਹੀ ਫੀਕਲ ਟਰਾਂਸਪਲਾਂਟੇਸ਼ਨ, ਉਹਨਾਂ ਦੇ ਅੰਦਰ ਦੇ ਬੈਕਟੀਰੀਏ ਉਹਨਾਂ ਦੇ ਮਲ ਮੂਤਰ 'ਚੋਂ ਇਕੱਠੇ ਕਰਕੇ, ਮੂਤਰ 'ਚ ਨਹੀਂ ਕੋਈ ਖਾਸ ਹੁੰਦੇ, ਜ਼ਿਆਦਾ ਮਲ ਦੇ ਵਿੱਚ ਹੀ ਹੁੰਦੇ ਨੇ, ਅਤੇ ਉਹਦੀਆਂ ਜੇ ਗੋਲੀਆਂ ਬਣਾ ਲਈਏ ਅਤੇ ਬੁੱਢਿਆਂ ਨੂੰ ਦਈਏ ਤੇ ਉਹਦੇ ਉੱਤੇ ਸ਼ਾਇਦ ਚੰਗਾ ਅਸਰ ਕਰੇਗਾ। ਸਾਈਕੋਲੋਜੀਕਲੀ ਬੜਾ ਗੱਚ ਰਿਐਕਸ਼ਨ ਲੱਗਦਾ ਕਿ ਅਸੀਂ ਦੂਜੇ ਦੇ ਟੱਟੀ ਦੇ ਵਿੱਚੋਂ ਕੱਢੀ ਹੋਏ ਬੈਕਟੀਰੀਆ, ਪਰ ਸ਼ਾਇਦ ਇਹਦੇ ਨਾਲ ਫਿਰ ਪਛਾਣ ਹੋ ਜਾਏਗੀ ਬੈਕਟੀਰੀਆ ਦੀ। ਸੋ ਪ੍ਰੀਬਾਇਓਟਿਕ ਅਤੇ ਪ੍ਰੋਬਾਇਓਟਿਕਸ ਇੱਕ ਬੜਾ ਵੱਡਾ ਏਰੀਆ ਜਿਹਦੀ ਫਿਊਚਰ 'ਚ ਹਾਲੀ ਟੈਕਨੋਲੋਜੀ ਵੀ ਅਤੇ ਇਹਦੀ ਮਾਰਕੀਟ ਵੀ ਬੜੀ ਵਧਣੀ ਹੈ। ਸੋ ਉਹ ਮੈਂ ਪਰਸੋਂ ਕੱਲ੍ਹ ਭੁੱਲ ਗਿਆ ਸਾਂ, ਉਹਨੂੰ ਮੈਂ ਅੱਜ ਦੁਬਾਰਾ ਕੀਤਾ। ਹੁਣ ਅਸੀਂ ਵਾਪਸ ਆਉਂਦੇ ਹਾਂ ਉਸੇ ਗੱਲ ਦੇ ਉੱਤੇ ਕਿ ਸਾਡਾ ਜਿਹੜਾ ਰਿਲੇਸ਼ਨਸ਼ਿਪ ਹੈ ਸਟਰੈਸ ਦੇ ਨਾਲ, ਅਸੀਂ ਸਟਰੈਸ ਤੋਂ ਡਰਦੇ ਤੇ ਬਹੁਤ ਆ, ਪਰ ਸਟਰੈਸ ਦੇ ਬਗੈਰ ਜ਼ਿੰਦਗੀ ਵੀ ਕੋਈ ਨਹੀਂ। ਸਾਰੀ ਬਾਇਓਲੋਜੀ ਸਾਡੀ ਡੇਲੀ ਲਾਈਫ ਦੀ ਸਟਰੈਸ ਨੂੰ ਅਡੈਪਟ ਕਰਨ ਦੀ, ਉਹਦੇ ਵਿੱਚ ਆਪਣੇ ਆਪ ਨੂੰ ਜਿਹਨੂੰ ਕਹਿੰਦਾ ਢਾਲਣ ਦੀ ਅਤੇ ਉਹਦੇ ਵਿੱਚ ਜਿਉਣ ਦੀ ਕੋਸ਼ਿਸ਼ ਹੈ। ਅਸੀਂ ਨੋਰਮਲ ਅਵਸਥਾ ਦੇ ਵਿੱਚ ਡੇਲੀ ਐਕਟੀਵਿਟੀ ਦੇ ਵਿੱਚ ਜੋ ਅਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹਾਂ ਜਾਂ ਕੁਝ, ਉਹਨੂੰ ਅਸੀਂ ਸਟਰੈਸ ਨਹੀਂ ਕਹਿੰਦੇ। ਸਟਰੈਸ ਕਹਿਣ ਦਾ ਮਤਲਬ ਇੱਕ ਇਹ ਹੁੰਦਾ ਕਿ ਸਰੀਰ ਸਾਡਾ ਇੱਕ ਖਾਸ ਕਿਸਮ ਨਾਲ ਰਿਐਕਟ ਕਰੇ, ਉਹਦੇ ਉੱਤੇ ਅਸੀਂ ਆਵਾਂਗੇ। ਸਟਰੈਸ ਰਿਸਪੌਂਸਸ ਉਹਨਾਂ ਨੂੰ ਕਹਿੰਦੇ ਆ। ਉਹ ਜਿਹੜੀ ਮੈਂ ਹੋਮਿਓਡਾਇਨਾਮਿਕ ਸਪੇਸ ਦੀ ਗੱਲ ਸ਼ੁਰੂ 'ਚ ਬੜੀ ਵਾਰੀ ਕੀਤੀ ਕਿ ਸਾਡੀ ਜਿਹੜੀ ਜਿਉਣ ਦੀ ਸ਼ਕਤੀ ਹੈ, ਸਾਡੀ ਜਿਹੜੀ ਸਰਵਾਈਵਲ ਐਬਿਲਿਟੀ ਹੈ, ਹੋਮਿਓਡਾਇਨਾਮਿਕ ਸਪੇਸ ਜਿਹਨੂੰ ਮੈਂ ਕਹਿੰਦਾ, ਉਸ ਹੋਮਿਓਡਾਇਨਾਮਿਕ ਸਪੇਸ ਦਾ ਇੱਕ ਬੜਾ ਜ਼ਰੂਰੀ ਹਿੱਸਾ ਹੈ ਸਟਰੈਸ ਰਿਸਪੌਂਸ, ਕਿ ਅਸੀਂ ਆਪਣੇ ਅੰਦਰ ਦੀ ਅਤੇ ਬਾਹਰ ਦੀ ਸਟਰੈਸ ਨੂੰ ਕਿਵੇਂ ਹੈਂਡਲ ਕਰਦੇ ਹਾਂ ਅਤੇ ਉਹਦੇ ਵਿੱਚੋਂ ਕੀ ਸਾਨੂੰ ਫਾਇਦਾ ਹੁੰਦਾ ਹੈ ਕਿ ਨੁਕਸਾਨ ਹੁੰਦਾ ਹੈ। ਹਾਂਜੀ, ਕਲਚਰ ਸਾਰਿਆਂ ਨੇ ਬੜਾ ਕੁਝ ਦੇਖਿਆ ਹੋਇਆ ਓਬਜ਼ਰਵੇਸ਼ਨਾਂ ਕਿ ਈਵਨ ਵੀ ਪੋਇਜ਼ਨ ਕੀ ਹੁੰਦੀ ਹੈ, ਡੋਜ਼ ਡਿਟਰਮਿਨਸ ਦ ਪੋਇਜ਼ਨ, ਕਿ ਕੋਈ ਚੀਜ਼ ਪੋਇਜ਼ਨ ਜਿਹੜੀ ਹੈ ਉਹ ਉਹਦੇ ਡੋਜ਼ 'ਤੇ ਡਿਪੈਂਡ ਕਰਦੀ ਹੈ ਕਿ ਕਿਸੇ ਲੈਵਲ 'ਤੇ ਉਹ ਪੋਇਜ਼ਨ ਹੈ ਅਤੇ ਕਿਸੇ ਲੈਵਲ 'ਤੇ ਉਹ ਪੋਇਜ਼ਨ ਨਹੀਂ ਹੈ ਅਤੇ ਸਗੋਂ ਫਾਇਦੇਮੰਦ ਵੀ ਹੈ। ਹਾਂਜੀ, ਪੋਇਜ਼ਨ ਦੇ ਮਾਮਲੇ 'ਚ ਤਾਂ ਕੀ ਡੋਜ਼ ਦੇ ਹਿਸਾਬ ਸਿਰ ਅਤੇ ਮੈਂ ਪਾਣੀ ਪੀ ਕੇ ਆਪਣੇ ਆਪ ਨੂੰ ਮਾਰ ਸਕਦਾ, ਹਾਂਜੀ, ਕਿਉਂਕਿ ਜੋ ਸਾਰਾ ਡਿਸਬੈਲੈਂਸ ਕਰ ਦੇਵੇ।
ਐਕਸਰਸਾਈਜ਼ ਜਿਹੜੀ ਹੈ ਉਹਨੂੰ ਤੁਸੀਂ ਕੁਝ ਜ਼ਿਆਦਾ ਹੀ ਕਰ ਲੋਗੇ ਉਹ ਵੀ ਮਾਰ ਸਕਦੀ ਹੈ। ਸੋ ਡੋਜ਼ ਡਿਟਰਮਿਨਸ ਦ ਪੋਇਜ਼ਨ, ਕਿ ਨੈਗੇਟਿਵ ਇਫੈਕਟਸ ਕਿਸੇ ਵੀ ਚੀਜ਼ ਦੇ ਉਹਦੇ ਡੋਜ਼ ਤੇ ਡਿਪੈਂਡ ਕਰਦੇ ਨੇ। ਫਿਰ ਇੱਕ ਹੋਰ ਆਬਜ਼ਰਵੇਸ਼ਨ ਜਿਹੜੀ ਹਰਮੇਸਿਸ ਦਾ ਬੇਸਿਸ ਅਸਲ 'ਚ ਬਣਦੀ ਹੈ, ਉਹ ਵੀ ਸੈਂਕੜੇ ਸਾਲਾਂ ਤੋਂ, ਆਲਮੋਸਟ 1000-2000 ਸਾਲ ਤੋਂ ਕਈ ਸੁਸਾਇਟੀਆਂ ਵਿੱਚ ਉਹਨੂੰ ਕਈ ਤਰੀਕਿਆਂ ਨਾਲ ਕਿਹਾ ਗਿਆ। ਇੱਕ ਬੜੀ ਫੇਮਸ ਸੈਂਟੈਂਸ ਹੈ ਇੰਗਲਿਸ਼ ਦੇ ਵਿੱਚ, ਵਟ ਡਜ਼ ਨਾਟ ਕਿਲ ਯੂ ਮੇਕਸ ਯੂ ਸਟਰੋਂਗਰ। ਹਾਂਜੀ, ਤੇ ਇਹਨੂੰ ਪਤਾ ਨਹੀਂ ਪੰਜਾਬੀ ਦੇ ਵਿੱਚ ਜਾਂ ਕਿਸੇ ਹੋਰ ਸਾਡੇ ਹਿੰਦੁਸਤਾਨੀ ਕਲਚਰ 'ਚ ਵੀ ਇਹਦੇ ਬਾਰੇ ਕਿਵੇਂ ਗੱਲ ਹੋਈ ਹੋਵੇ, ਪਰ ਇਹ ਆਬਜ਼ਰਵੇਸ਼ਨਸ ਨੇ, ਵਟ ਡਜ਼ ਨਾਟ ਕਿਲ ਯੂ ਮੇਕਸ ਯੂ ਸਟਰੋਂਗਰ, ਇਹ ਜਿਹੜੀਆਂ, ਪਰ ਕਿਉਂ, ਉਹਦਾ ਫਿਰ ਮੈਕੈਨਿਜ਼ਮਸ ਦੇਣਾ ਹੁੰਦਾ ਸਾਇੰਸ ਨੇ। ਜੇ ਸਾਇੰਸ ਕਿਸੇ ਗੱਲ ਦਾ ਜਵਾਬ ਇਹ ਦਿੰਦੀ ਹੈ ਨਾ ਕਿ ਕਿਉਂ ਇਹ ਫਿਰ ਮਾੜੀ ਚੀਜ਼ ਚੰਗੀ ਸਾਬਤ ਹੋ ਰਹੀ ਹੈ, ਉਦੋਂ ਫਿਰ ਉਹ ਸਾਇੰਸ ਬਣਦੀ ਹੈ। ਤੇ ਸਾਇੰਸ ਅਲਟੀਮੇਟਲੀ ਕਾਮਨ ਸੈਂਸ ਬਣ ਜਾਂਦੀ ਹੈ। ਸਾਇੰਸ ਦਾ ਅਲਟੀਮੇਟ ਏਮ ਇਹੀ ਹੈ ਕਿ ਕਾਮਨ ਸੈਂਸ ਹੋ ਜਾਵੇ। ਪਰ ਸਾਰੀ ਕਾਮਨ ਸੈਂਸ ਜਿਹੜੀ ਹੁੰਦੀ ਹੈ ਨਾ, ਉਹ ਸਾਇੰਸ ਨਹੀਂ ਹੁੰਦੀ। ਉਹਦੇ 'ਚ ਬਥੇਰੇ ਅਟਕਲ ਪੱਚੂ ਵੀ ਹੁੰਦੇ ਨੇ, ਬਥੇਰਾ ਕੁਝ ਗਲਤ ਹੁੰਦਾ। ਉਹ ਆਫਟਰ ਆਲ 2-3 ਹਜ਼ਾਰ ਸਾਲਾਂ 'ਚ ਅਸੀਂ ਬੜਾ ਕੁਝ ਰਿਜੈਕਟ ਕਰ ਚੁੱਕੇ ਹਾਂ ਜਿਹੜਾ ਪਹਿਲੇ ਕਾਮਨ ਸੈਂਸ 'ਚ ਆਉਂਦਾ ਸੀ। ਪਰ ਹੁਣ ਅਸੀਂ ਜਿੱਥੇ ਜਿੱਥੇ ਸਾਇੰਸ ਮੈਕੈਨਿਜ਼ਮਸ ਦਿੰਦੀ ਹੈ, ਜਿਵੇਂ ਅੱਜ ਤੋਂ ਆਲਮੋਸਟ 15-20 ਸਾਲ ਪਹਿਲੋਂ ਤੱਕ ਈਵਨ ਇਹਦੇ ਬਾਰੇ ਕਹਿਣਾ ਕਿ ਐਕਸਰਸਾਈਜ਼ ਦੇ ਫਾਇਦੇ ਆ, ਤੇ ਉਹਦਾ ਕੋਈ ਮੈਕੈਨਿਜ਼ਮ ਨਹੀਂ ਸੀ ਪਤਾ ਕਿ ਵੀ ਕਿਉਂ ਫਾਇਦੇ ਐਕਸਰਸਾਈਜ਼ ਦੇ। ਦਿਸਦੀ ਸਭ ਨੂੰ ਸੀ, ਸਾਰੇ ਸੈਂਕੜੇ ਸਾਲਾਂ ਤੋਂ ਦਿਸਦੀ ਪਈ ਹੈ ਕਿ ਫਿਜ਼ੀਕਲ ਐਕਸਰਸਾਈਜ਼, ਕਸਰਤ ਕਰਨੀ, ਉਹਦੇ ਫਾਇਦੇ ਹੁੰਦੇ ਨੇ ਸਰੀਰ ਨੂੰ। ਪਰ ਕਿਉਂ ਹੁੰਦੇ ਨੇ? ਕਿਉਂਕਿ ਜਦੋਂ ਸਾਇੰਸਦਾਨਾਂ ਨੇ ਮਿਲਣਾ ਸ਼ੁਰੂ ਕੀਤਾ ਕਿ ਜਦੋਂ ਬੰਦਾ ਕੋਈ ਐਕਸਰਸਾਈਜ਼ ਕਰ ਰਿਹਾ ਤੇ ਜਿਮ 'ਚ ਕਰ ਰਿਹਾ ਜਾਂ ਬਾਹਰ ਭੱਜ ਰਿਹਾ ਜਾਂ ਜੋ ਕਿ, ਤੇ ਜਦੋਂ ਕੋਈ ਕੈਮਿਸਟਰੀ, ਬਾਇਓਕੈਮਿਸਟਰੀ, ਕੈਮੀਕਲ ਮਿਲਣੇ ਸ਼ੁਰੂ ਕੀਤੇ ਕਿ ਉਹਦੇ ਬਲੱਡ 'ਚ ਕੀ ਹੋ ਰਿਹਾ, ਜਾਂ ਉਹਦੇ ਥੁੱਕ ਦੇ ਵਿੱਚ ਕੀ ਹੋ ਰਿਹਾ, ਜਾਂ ਉਹਦੇ ਪਿਸ਼ਾਬ 'ਚ ਕੀ ਹੋ ਰਿਹਾ, ਉਹ ਪਤਾ ਲੱਗਾ ਕਿ ਬਈ ਐਕਚੁਅਲੀ ਐਕਸਰਸਾਈਜ਼ ਇਜ਼ ਦ ਵਰਸਟ ਥਿੰਗ ਵੀ ਕੈਨ ਡੂ ਟੂ ਆਵਰ ਬੋਡੀ। ਅਸੀਂ ਆਪਣੇ ਸਰੀਰ ਨਾਲ ਜੇ ਕੋਈ ਸਭ ਤੋਂ ਵੱਧ ਜ਼ਿਆਦਤੀ ਕੋਈ ਕਰ ਸਕਦੇ ਹਾਂ ਗਲਤ ਬਾਇਓਕੈਮਿਸਟਰੀ ਦੇ ਲੈਵਲ 'ਤੇ, ਉਹ ਐਕਸਰਸਾਈਜ਼ ਹੈ। ਕਿਉਂਕਿ ਜਦੋਂ ਅਸੀਂ ਐਕਸਰਸਾਈਜ਼ ਕਰ ਰਹੇ ਹੁੰਦੇ ਹਾਂ, ਉਦੋਂ ਲੱਖਾਂ ਕਰੋੜਾਂ ਹੋਰ ਉਹੀ ਫ੍ਰੀ ਰੈਡੀਕਲ ਜਿਹੜੇ ਭਿਅੰਕਰ ਮੋਲੀਕਿਊਲ ਨੇ ਜਿਹੜੇ ਨੁਕਸਾਨ ਕਰਦੇ ਨੇ, ਉਹ ਪੈਦਾ ਹੁੰਦੇ ਨੇ। ਉਦੋਂ ਤੇਜ਼ਾਬ ਪੈਦਾ ਹੁੰਦਾ ਸੈੱਲਾਂ ਦੇ ਅੰਦਰ, ਉਦੋਂ ਸੈੱਲ ਲੱਖਾਂ ਦੀ ਤਾਦਾਦ 'ਚ ਮਰ ਰਹੇ ਹੁੰਦੇ ਨੇ। ਉਹ ਇਹ ਜਿਹੜਾ ਪੈਰਾਡੌਕਸ ਸੀ ਨਾ, ਕਿ ਐਕਸਰਸਾਈਜ਼ ਕਰਨ ਤੋਂ ਬਾਅਦ, ਖਾਸ ਕਰਕੇ ਮੋਡਰੇਟ ਐਕਸਰਸਾਈਜ਼ ਕਰਨ ਤੋਂ ਬਾਅਦ, ਅਗਲੇ ਦਿਨ ਜਾਂ ਉਸ ਤੋਂ ਬਾਅਦ ਦੇ ਪੀਰੀਅਡ ਦੇ ਵਿੱਚ ਤੁਹਾਨੂੰ ਫਾਇਦੇ ਹੁੰਦੇ ਨੇ, ਇਹਦੀ ਐਕਸਪਲੇਨੇਸ਼ਨ ਨਹੀਂ ਸੀ ਬਣਦੀ ਕਿ ਹੈ ਪੈਰਾਡੌਕਸੀਕਲ ਰਿਜ਼ਲਟ ਹੈ। ਉੱਥੇ ਫਿਰ ਹਰਮੇਸਿਸ ਦੀ ਥਿਊਰੀ ਨੇ ਜਦੋਂ ਇਹ ਰਿਸਰਚ ਲਈ ਕਿ ਕਈ ਵਾਰ ਸਟ੍ਰੈਸ ਜਿਹੜੀ ਹੈ ਨਾ, ਉਹ ਸਾਡੇ ਲਈ ਚੰਗੀ ਹੁੰਦੀ ਹੈ। ਕਿਉਂ? ਕਿਉਂਕਿ ਉਹ ਸਾਡੇ ਸਟ੍ਰੈਸ ਰਿਸਪੌਂਸ ਨੂੰ ਚੈਲੰਜ ਕਰਦੀ ਹੈ। ਜਦੋਂ ਵੀ ਬਾਡੀ ਦੇ ਵਿੱਚ ਕੋਈ ਸਟ੍ਰੈਸ ਆਉਂਦੀ ਹੈ, ਕਿਸ ਤਰ੍ਹਾਂ ਵੀ, ਬਾਡੀ ਦਾ, ਸਰੀਰ ਦਾ ਪਹਿਲਾ ਜਿਹੜਾ ਸੁਭਾਅ ਹੈ ਆਪਣੇ ਜੂਣ ਦਾ, ਉਹੀ ਹੈ ਕਿ ਉਸ ਸਟ੍ਰੈਸ ਨੂੰ ਨਿਊਟਰਲਾਈਜ਼ ਕਰਨ ਦੇ ਲਈ ਕੁਝ ਕੋਸ਼ਿਸ਼ ਕਰਨੀ। ਹਾਂਜੀ, ਉਹ ਸਾਰੇ ਰਿਐਕਸ਼ਨ, ਉਹ ਬੇਸਿਕ ਜਿਹੜਾ ਬੁਖਾਰ ਦਾ ਰਿਐਕਸ਼ਨ ਹੈ, ਬੁਖਾਰ ਇੱਕ ਸਟ੍ਰੈਸ ਰਿਸਪੌਂਸ ਹੈ। ਤਾਂ ਕਿ ਬਾਡੀ ਜਿਹੜੀ ਹੈ, ਇੱਕ ਤਾਂ ਬਾਡੀ ਨੂੰ ਪਤਾ ਲੱਗਦਾ ਕਿ ਇਸ ਸਮੇਂ ਸਟ੍ਰੈਸ ਦੇ ਵਿੱਚ ਹੈ, ਤੇ ਦੂਜਾ ਬੁਖਾਰ ਦੇ ਨਾਲ ਇਮਿਊਨ ਸਿਸਟਮ ਦੇ ਕਈ ਚੀਜ਼ਾਂ ਐਕਟੀਵੇਟ ਹੁੰਦੀਆਂ ਨੇ। ਹਾਂ, ਉਹੀ ਬੁਖਾਰ ਜੇ ਬੜਾ ਹਾਈ ਚਲਾ ਜਾਵੇ ਤਾਂ ਮੌਤ ਵੀ ਕਰ ਦਿੰਦਾ, ਪਰ ਜਿਹੜਾ ਪਹਿਲਾ ਰਿਸਪੌਂਸ ਹੈ ਬਾਡੀ ਦਾ, ਉਹ ਹਰ ਡਿਸਟਰਬੈਂਸ ਦੇ ਮਾਮਲੇ 'ਚ ਉਹਨੂੰ ਡਿਫੈਂਸ ਦਾ ਰਿਸਪੌਂਸ ਹੈ, ਸਰਵਾਈਵਲ ਦਾ ਰਿਸਪੌਂਸ ਹੈ। ਉਹ ਭਾਵੇਂ ਬੁਖਾਰ ਹੋਵੇ, ਭਾਵੇਂ ਜਿਹੜੀ ਉਹ ਇਨਫਲਾਮੇਸ਼ਨ, ਸੂਜਨ ਹੈ, ਉਹ ਇਸ ਚੀਜ਼ ਦੀ ਨਿਸ਼ਾਨੀ ਹੈ ਕਿ ਬਾਡੀ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੀ ਹੈ, ਜੋ ਉਹਨੂੰ ਚੀਜ਼ ਨੇ ਡਿਸਟਰਬ ਕੀਤਾ ਹੈ ਉਹਨੂੰ ਨਿਊਟਰਲਾਈਜ਼ ਕਰਨਾ, ਇਨਫਲਾਮੇਸ਼ਨ ਕਰਨੀ। ਹਾਂਜੀ, ਇੰਝ ਹੀ ਹੋਰ ਜਿਹੜੀ ਚੀਜ਼ਾਂ ਨੇ ਉਹਦੀਆਂ ਬੜੀ ਐਗਜ਼ੈਂਪਲਾਂ ਹੋਰ ਦਿੱਤੀਆਂ ਜਾ ਸਕਦੀਆਂ ਨੇ ਕਿ ਕਿਹੜੀਆਂ ਜਿਹੜੀਆਂ ਡਿਫੈਂਸ ਦੀਆਂ ਚੀਜ਼ਾਂ ਨੇ। ਸਟ੍ਰੈਸ ਦਾ ਰਿਸਪੌਂਸ ਬੇਸਿਕਲੀ 3 ਤਰੀਕੇ ਦਾ ਹੁੰਦਾ ਕਿਸੇ ਵੀ, ਉਹ ਹੁਣ ਬਾਇਓਲੋਜੀ 'ਚ ਵੀ ਹੈ ਤੇ ਸੋਸ਼ੀਓਲੋਜੀ, ਸਾਈਕੋਲੋਜੀ 'ਚ ਵੀ ਹੈ, ਕਿ ਜਿਹਨੂੰ ਕਹਿੰਦੇ ਨੇ ਜਾਂ ਤੇ ਫਲਾਈਟ ਰਿਸਪੌਂਸ, ਕਿ ਤੁਸੀਂ ਸਟ੍ਰੈਸ ਜਿੱਥੋਂ ਆ ਰਹੀ ਹੈ ਉਸ ਤੋਂ ਭੱਜੋ, ਜੇ ਤੁਹਾਡੇ ਕੋਲ ਹਿੰਮਤ ਹੈਗੀ ਹੈ ਉਸ ਤੋਂ ਭੱਜਣਾ। ਹਾਂਜੀ, ਕਿ ਉਹਦੇ ਸਰੀਰ ਦੇ ਵਿੱਚ ਉਹਦੇ ਬੜੇ ਤਰੀਕੇ ਨੇ ਕਿ ਕਿਵੇਂ ਤੁਸੀਂ ਸਵਿਚ ਆਫ ਕਈ ਵਾਰ ਚੀਜ਼ਾਂ ਕਰਦੇ ਹੋ ਸਟ੍ਰੈਸ ਨੂੰ ਰੋਕਣ ਦੇ ਲਈ। ਜਾਂ ਉਹਨੂੰ ਕਹਿੰਦੇ ਨੇ ਫਾਈਟ ਰਿਸਪੌਂਸ, ਕਿ ਉਹਦਾ ਮੁਕਾਬਲਾ ਆਪਣੀਆਂ ਕੁਝ ਡਿਫੈਂਸਿਸ ਬਣਾ ਕੇ ਉਹਦੇ ਨਾਲ ਉਹਨੂੰ ਨਿਊਟਰਲਾਈਜ਼ ਕਰਨਾ। ਇਸੇ ਲਈ ਉਹ ਫਾਈਟ ਰਿਸਪੌਂਸ ਨੂੰ ਅਸੀਂ ਆਮ ਤੌਰ 'ਤੇ ਵਾਰ ਦਾ ਮੈਟਾਫਰ ਵਰਤ ਲੈਂਦੇ ਹਾਂ, ਜੰਗ ਲਾਈ ਹੋਈ ਹੈ। ਹਾਂਜੀ, ਕਰੋਨਾ ਦੇ ਨਾਲ ਜੰਗ, ਕਿਉਂਕਿ ਫਾਈਟ ਰਿਸਪੌਂਸ ਹੈ ਇਮਿਊਨ ਸਿਸਟਮ ਦਾ। ਪਰ ਜੇ ਉਹ ਕਿਉਂਕਿ ਇੰਨਾ ਵੱਧ ਗਿਆ ਹੁੰਦਾ ਤੇ ਕਰੋਨਾ ਵੀ ਇੰਨਾ ਵੱਧ ਗਿਆ ਹੁੰਦਾ ਕਿ ਉਹ ਲੰਗਸ ਨੂੰ ਤੇ ਦੂਜੇ ਸਰੀਰ ਦੇ ਹਿੱਸਿਆਂ ਨੂੰ ਬਿਲਕੁਲ ਲੈ ਪੈਂਦਾ। ਤੀਜਾ ਫਿਰ ਇੱਕ ਹੁੰਦਾ ਫਰੀਜ਼ ਰਿਸਪੌਂਸ, ਕਿ ਜਦੋਂ ਅਸੀਂ ਫਰੀਜ਼ ਹੋ ਜਾਂਦੇ ਹਾਂ ਕਿ ਅਸੀਂ ਕੁਝ ਕਰਨ ਜੋਗੇ ਨਹੀਂ। ਹਾਂਜੀ, ਕਿ ਸਭ ਮੈਟਾਬੋਲਿਜ਼ਮ ਵੀ ਬੰਦ ਕਰਦੇ ਹਾਂ,
ਹੁਣ ਇਹਨਾਂ ਸਾਰਿਆਂ ਦੀਆਂ ਗੱਲਾਂ ਮੈਂ ਅੱਗੇ ਵਧਾਵਾਂਗਾ ਕਿ ਵੀ ਇਹ ਫਲਾਈਟ, ਫਾਈਟ ਤੇ ਫਰੀਜ਼ ਜਿਹੜਾ ਸਟ੍ਰੈਸ ਰਿਸਪੌਂਸ ਹੈ, ਪਹਿਲੇ ਤੇ ਬਾਇਓਲੋਜੀ ਦੇ ਲੈਵਲ ਦੇ ਉੱਤੇ ਉਹ ਕੀ ਆਉਂਦੀ ਹੈ ਜੀ, ਕਿ ਇਹ ਜਿਹੜੇ ਰਿਸਪੌਂਸਸ ਨੇ ਇਹ ਡੇਲੀ ਲਾਈਫ ਦੇ ਵਿੱਚ ਨਹੀਂ ਹੁੰਦੇ। ਡੇਲੀ ਲਾਈਫ ਦੇ ਵਿੱਚ ਸਾਡਾ ਟੈਂਪਰੇਚਰ ਜਿਵੇਂ ਹੈ ਉਹਨੂੰ 36 37 ਡਿਗਰੀ ਸੈਲਸੀਅਸ ਦੇ ਵਿੱਚ, ਜਾਂ ਜਿਹਨੂੰ ਹਿੰਦੁਸਤਾਨ 'ਚ ਅਸੀਂ 97 98 ਡਿਗਰੀ ਫਾਰਨਹਾਈਟ ਦੇ ਵਿੱਚ ਉਹਦੇ ਵਿੱਚ ਬੋਡੀ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਉਹ ਜਿੰਨਾ ਕੁ ਥੋੜ੍ਹਾ ਉੱਪਰ ਜਾਂਦਾ ਹੈ, ਜੇ ਤੁਸੀਂ ਜ਼ਿਆਦਾ ਪੋਚਾ ਲਾ ਰਹੇ ਹੋ ਜਾਂ ਕੋਈ ਹੋਰ ਕਰ ਰਹੇ ਹੋ। ਪਰ ਸਟ੍ਰੈਸ ਅਸੀਂ ਬੋਡੀ ਨੂੰ ਉਦੋਂ ਕਹਿੰਦੇ ਹਾਂ ਜਦੋਂ ਬੋਡੀ ਸਾਡੇ ਸਰੀਰ ਨੂੰ ਆਪਣੀ ਨੋਰਮਲ ਅਵਸਥਾ ਤੋਂ ਥੋੜ੍ਹੀ ਐਕਸਟਰਾ ਰਿਸਪੌਂਸ ਦੇਣਾ ਪੈਂਦਾ। ਨੋਰਮਲ ਅਵਸਥਾ ਜਿਹੜੀ ਆ ਮੈਟਾਬੋਲਿਜ਼ਮ ਦਾ ਹਿੱਸਾ ਹੈ, ਉਹਦੇ 'ਚ ਉੱਪਰ ਥੱਲੇ ਬੜਾ ਕੁਝ ਜਾਂਦਾ, ਮਸਲ ਦੀ ਥਕਾਵਟ ਤੋਂ ਲੈ ਕੇ ਫੀਵਰ ਤੋਂ ਲੈ ਕੇ ਫਲੂ ਤੋਂ ਲੈ ਕੇ ਸਵੇਰੇ ਸਾਡਾ ਉੱਠਦਿਆਂ ਸਾਰ ਟੈਂਪਰੇਚਰ ਕੁਝ ਹੋਰ ਹੁੰਦਾ, ਸਵੇਰੇ ਉੱਠਦਿਆਂ ਸਾਰ ਗਲੂਕੋਜ਼ ਦਾ ਲੈਵਲ, ਈਵਨ ਸਟ੍ਰੈਸ ਹਾਰਮੋਨਸ ਦਾ ਲੈਵਲ ਕੁਝ ਹੋਰ ਹੁੰਦਾ ਬਨਿਸਬਤ ਕੇ ਦਿਨ ਦੇ। ਉਹਨੂੰ ਅਸੀਂ ਸਟ੍ਰੈਸ ਨਹੀਂ ਕਹਿੰਦੇ। ਸਟ੍ਰੈਸ ਉਹਨੂੰ ਕਹਿੰਦੇ ਆ ਜਿਹੜੀ ਅਸਲ 'ਚ ਪੋਟੈਂਸ਼ੀਅਲੀ ਘੱਟੋ ਘੱਟ ਨੁਕਸਾਨਦੇਹੀ ਹੋਵੇ, ਕਿ ਉਹ ਨੁਕਸਾਨ ਕਰ ਸਕਦੀ ਹੈ ਜੇ ਸਰੀਰ ਆਪਣੀ ਹੋਮਿਓਡਾਇਨਾਮਿਕਸ ਨੂੰ ਠੀਕ ਵਰਤਣ ਜੋਗਾ ਨਹੀਂ ਹੈਗਾ, ਹਾਂਜੀ। ਤੇ ਉਹਦੇ ਕਰਕੇ ਅਸੀਂ ਜਿਉਂਦੇ ਹਾਂ। ਇਸ ਲਈ ਜਿਹੜੀ ਐਕਸਰਸਾਈਜ਼ ਤੇ ਡੇਲੀ ਫਿਜ਼ੀਕਲ ਐਕਟੀਵਿਟੀ, ਘਰੇਲੂ ਕੰਮਾਂ ਕਾਰਾਂ ਦੀ, ਇਹਨਾਂ 'ਚ ਫਰਕ ਹੈ ਕਿ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਉਹਦੇ ਵਿੱਚ ਫਰੀ ਰੈਡੀਕਲਸ ਬਣਦੇ ਨੇ, ਉਹਦੇ 'ਚ ਇਹ ਐਸਿਡਸ ਬਣਦੇ ਨੇ, ਤੇਜ਼ਾਬ ਬਣਦੇ ਨੇ, ਉਹ 'ਚ ਸੈੱਲ ਮਰਦੇ ਨੇ ਜਿਹੜੇ ਨਾਰਮਲ ਨਹੀਂ ਮਰ ਰਹੇ ਹੁੰਦੇ। ਫਿਰ ਉਹਦੇ ਲਈ ਆਪਣੇ ਸਰੀਰ ਨੂੰ ਕੁਝ ਕਰਨਾ ਪੈਂਦਾ, ਤੇ ਉੱਥੇ ਆਉਂਦੀ ਹੈ ਉਹ ਜਿਹੜੀ ਬਾਈਫੇਜ਼ਿਕ ਕਰਵ, ਕਿ ਲੋ ਲੈਵਲ ਦੇ ਉੱਤੇ, ਮਾਈਲਡ ਸਟ੍ਰੈਸ ਲੈਵਲ ਦੇ ਉੱਤੇ ਉਹਦੇ ਤੁਸੀਂ ਸਰਵਾਈਵਲ ਮੈਕੈਨਿਜ਼ਮਸ ਨੂੰ ਤੁਹਾਨੂੰ ਹਿੰਮਤ ਮਿਲਦੀ ਹੈ, ਉਹਦੇ ਵਿੱਚ ਵਾਧਾ ਹੁੰਦਾ ਵੈ। ਤੇ ਪਰ ਉਹੀ ਚੀਜ਼ ਜਿਹੜੀ ਇੱਕ ਵੱਡੇ ਲੈਵਲ 'ਤੇ ਜਾ ਕੇ ਉਹ ਸਟ੍ਰੈਸ ਲੈਵਲ ਇੰਨੇ ਜ਼ਿਆਦਾ ਓਵਰਵੈਲਮ ਹੋ ਜਾਂਦੇ ਨੇ ਕਿ ਬੋਡੀ ਦੇ ਬਾਕੀ ਕੰਮ ਸਾਰੇ ਰੋਕਣੇ ਪੈ ਜਾਂਦੇ ਨੇ ਸਰੀਰ ਨੂੰ। ਹੁਣ ਇਹਨਾਂ ਚੀਜ਼ਾਂ, ਇਹ ਕਿਹੜੇ ਨੇ ਸਟ੍ਰੈਸ ਲੈਵਲ, ਉਹ ਅਸੀਂ ਮੇਰੇ ਖਿਆਲ ਕੱਲ੍ਹ ਇੰਟਰੋਡਿਊਸ ਕਰਾਂਗੇ ਕਿ ਸੈੱਲ ਦੇ ਅੰਦਰ ਕਿਹੜੇ ਸਟ੍ਰੈਸ ਲੈਵਲ ਨੇ। 7 ਨੇ ਮੇਜਰ, ਉਹਦੇ ਉੱਤੇ ਮੇਰੇ ਬਹੁਤ ਜ਼ਿਆਦਾ ਕੰਮ ਮੇਰੀ ਆਪਣੀ ਲੈਬੋਰਟਰੀ ਵਿੱਚੋਂ ਵੀ ਹੋਇਆ ਕਿ ਜਿਵੇਂ ਅੱਗੇ ਮੈਂ ਕਈ ਵਾਰ ਐਗਜ਼ਾਮਪਲ ਦਿੱਤੇ ਕਿ ਜੇ DNA ਟੁੱਟੇਗੀ ਜਾਂ DNA ਨੂੰ ਸਟ੍ਰੈਸ ਆਏਗੀ ਸੂਰਜ ਦੀ ਧੁੱਪ ਤੋਂ, ਤਾਂ DNA ਰਿਪੇਅਰ ਦੇ 100 ਜੀਨਸ ਵਰਕ ਕਰਨਗੇ। ਜੇ ਕੋਈ ਇੰਜ ਬਾਹਰੋਂ ਆਕਸੀਡੈਂਟ ਹੈ ਜਿਹੜਾ ਕਿ ਅਸਲ 'ਚ ਆਕਸੀਡੇਸ਼ਨ ਕਰ ਰਿਹਾ, ਡੈਮੇਜ ਕਰ ਰਿਹਾ, ਉਹਦੇ ਘੱਟੋ ਘੱਟ ਵੀ 40 ਕੁ ਜੀਨਸ ਨੇ ਐਂਟੀਆਕਸੀਡੈਂਟਸ ਦੇ, ਉਹ ਇਨਕਰੀਜ਼ ਹੋਣਗੇ, ਹਾਂਜੀ। ਸੋ ਇਸ ਤਰ੍ਹਾਂ ਦੇ 7 ਮੈਥਡ ਨੇ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਕੱਲ੍ਹ ਨੂੰ ਕਰਾਂਗਾ ਜਾਂ ਪਰਸੋਂ ਨੂੰ। ਪਰ ਇਹਦਾ ਇੱਕ ਬੜਾ ਜ਼ਰੂਰੀ ਆਬਜ਼ਰਵੇਸ਼ਨ ਇਹ ਦੇਖੀ ਗਈ ਕਿ ਜੇ ਬੋਡੀ ਨੂੰ ਇੰਜ ਬਾਰ-ਬਾਰ ਥੋੜ੍ਹੀ ਸਟ੍ਰੈਸ ਨਾ ਆਉਂਦੀ ਰਵੇ, ਥੋੜ੍ਹੀ ਸਟ੍ਰੈਸ ਨੂੰ ਅਸੀਂ ਹਮੇਸ਼ਾ ਕਹਿੰਦੇ ਹਾਂ ਚੈਲੰਜ ਉਹ ਹੁੰਦਾ ਉਹ ਸਟ੍ਰੈਸ ਜਿਹਦੇ 'ਤੇ ਅਸੀਂ ਸਕਸੈਸ ਪਾ ਲਈ, ਜਿਹਨੂੰ ਕਾਬੂ 'ਚ ਕਰ ਲਿਆ। ਜੇ ਕਾਬੂ 'ਚ ਨਹੀਂ ਹੋਈ ਉਹ ਸਟ੍ਰੈਸ ਦੇ ਇਫੈਕਟ, ਫਿਰ ਅਸੀਂ ਉਹਨੂੰ ਸਟ੍ਰੈਸ ਤੇ ਨੈਗੇਟਿਵ 'ਚ ਲੈ ਜਾਂਦੇ ਹਾਂ। ਸੋ ਅੰਗਰੇਜ਼ੀ ਭਾਸ਼ਾ 'ਚ ਸਟ੍ਰੈਸ ਤੇ ਚੈਲੰਜ ਦੇ 2 ਲਫ਼ਜ਼ ਬੜੇ ਇੰਟਰਸਟਿੰਗ ਨੇ, ਕਿ ਚੈਲੰਜ ਉਹ ਹੈ ਜਿਹੜੀ ਸਟ੍ਰੈਸ ਨੂੰ ਤੁਸੀਂ ਜਿੱਤ ਲਿਆ ਜਾਂ ਜਿਹਦੇ ਉੱਤੇ ਤੁਸੀਂ ਕਾਬੂ ਕਰ ਲਿਆ। ਸੋ ਕਈ ਵਾਰੀ ਜਿਹੜੀ ਓਵਰ ਹਾਈਜੀਨ ਹਾਈਪੋਥੇਸਿਸ ਇੱਕ ਗੱਲ ਹੁੰਦੀ ਹੈ ਕਿ 1960 ਤੋਂ ਲੈ ਕੇ 80 90 ਤੱਕ ਇੱਕ ਵੇਵ ਜੀ ਆਈ ਸੀ ਪੱਛਮ ਦੇ ਦੇਸ਼ਾਂ 'ਚ, ਹਰ ਚੀਜ਼ ਦੇ ਉੱਤੇ ਸਫਾਈ, ਬੱਚਿਆਂ ਨੂੰ ਖੇਡਣ ਨਹੀਂ ਦੇਣਾ, ਬਾਹਰ ਨਹੀਂ ਖੇਡਣ ਦੇਣਾ, ਇਹ ਨਹੀਂ ਕਰਨਾ, ਬਚਾ ਕੇ ਰੱਖਣਾ, ਕਿਉਂਕਿ ਬੱਚਾ 21 ਮਸਾ ਹੁੰਦਾ ਸੀ। ਤੇ ਉਹਦੇ ਨਾਲ ਇਹ ਦੇਖਿਆ ਉਹ ਬੱਚੇ ਜਦੋਂ 14-15 ਸਾਲ ਦੀ ਉਮਰ 'ਚ ਪੁੱਜੇ ਉਹਨਾਂ ਨੂੰ ਬੜੀਆਂ ਐਲਰਜੀਜ਼, ਹਾਂਜੀ, ਉਹਨਾਂ ਨੂੰ ਬੜੇ ਈਵਨ ਸਾਈਕੋਲੋਜੀਕਲ ਪ੍ਰੋਬਲਮ ਆਉਣੀਆਂ ਸ਼ੁਰੂ ਹੋਈਆਂ। ਉਹਦਾ ਮਤਲਬ ਇਹ ਸੀ ਕਿ ਉਹਨਾਂ ਦੀ ਬੋਡੀ ਦੀ ਹੋਮਿਓਡਾਇਨਾਮਿਕਸ ਨੂੰ ਛੋਟੇ ਚੈਲੰਜ ਮਿਲੇ ਹੀ ਨਹੀਂ, ਜਿਹਦੇ ਨਾਲ ਉਹਨਾਂ ਦੀ ਇਮਿਊਨ ਸਿਸਟਮ ਸਟਰੋਂਗ ਰਹਿੰਦਾ। ਇਸ ਲਈ ਕਈ ਵਾਰ ਸੋਚਦੇ ਨੇ ਨਾ ਕਿ ਸ਼ਾਇਦ ਭਾਰਤ ਦੇ ਵਿੱਚ ਲੋਕਾਂ ਨੂੰ ਕਰੋਨੇ ਦੀ ਡੈਥ ਘੱਟ ਇਸ ਲਈ ਵੀ ਹੋ ਸਕਦੀ ਹੈ ਕਿਉਂਕਿ ਜਿਹੜੇ ਜਿਉਂਦੇ ਪਏ ਨੇ, ਖਾਸ ਈਵਨ ਬੁੱਢਿਆਂ ਦੇ ਵਿੱਚ ਵੀ, ਕਿ ਉਹਨਾਂ ਦਾ ਇਮਿਊਨ ਸਿਸਟਮ ਸ਼ਾਇਦ ਥੋੜ੍ਹੀ ਦੇਰ ਲਈ ਚੰਗਾ ਹੈ, ਕਿਉਂਕਿ ਉਹਨਾਂ ਨੇ ਥੋੜ੍ਹੀ ਇਹ ਜਿਹੜੀ ਹੈ ਪੋਇਜ਼ਨ ਜਾਂ ਚੈਲੰਜ ਦੇਖੇ ਹੋਏ ਨੇ। ਪਰ ਐਡਾ ਸਿੰਪਲ ਜੀ ਗੱਲ ਨਹੀਂ ਹੈ, ਉਹਦੇ 'ਚ ਬੜਾ ਕੋਈ ਵੇਰੀਏਸ਼ਨਸ ਹੈਗੀ ਹੈ। ਪਰ ਉਹ ਜਿਹੜਾ ਓਵਰ ਹਾਈਜੀਨ ਹਾਈਪੋਥੇਸਿਸ ਨਾ ਕਿ ਬੱਚਿਆਂ ਨੂੰ ਖੇਡਣ ਹੀ ਨਾ ਦੇਣਾ ਮਿੱਟੀ ਘੱਟੇ ਦੇ ਵਿੱਚ, ਉਹਦਾ ਦੇਖਿਆ ਕਿ ਫਰਕ ਜਿਹੜੇ ਬੱਚੇ ਪਿੰਡਾਂ 'ਚ ਪੈਦਾ ਹੋ ਰਹੇ ਸੀ, ਐਗਰੀਕਲਚਰ ਦੇ ਵਿੱਚ ਸਨ, ਉਹਨਾਂ ਦੀ ਸਿਹਤ ਵੀ ਅਤੇ ਉਹਨਾਂ ਦਾ ਇਮਿਊਨ ਸਿਸਟਮ ਵੀ ਬਹੁਤ ਵਧੀਆ ਸੀ ਦੂਜਿਆਂ ਨਾਲ। ਫਿਰ ਇਹਦਾ ਦੂਜੀ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜੇ ਕਿੰਨੀ ਕੁ ਇਨਵਾਇਰਮੈਂਟ ਦੀ ਸਫਾਈ ਕੀਤੀ ਜਾਵੇ, ਜੇ ਇਨਵਾਇਰਮੈਂਟ ਬਹੁਤ ਹੀ ਸਾਫ਼ ਹੋ ਜਾਏ, ਇੱਕ ਲੈਵਲ ਤੋਂ ਬਾਅਦ ਪਾਣੀ ਜਿਹੜਾ ਹੈ ਕਿੰਨਾ ਕੁ ਸਾਫ਼ ਹੋਣਾ ਚਾਹੀਦਾ ਹੈ, ਪਰ ਉਹਨੂੰ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਪਾਣੀ ਐਬਸੋਲੂਟ ਸਾਫ਼ ਕਰਨ ਦੇ ਕੋਈ ਖਾਸ ਫਾਇਦੇ ਨਹੀਂ ਹੋਣ ਵਾਲੇ। ਹੁਣ ਇਹ ਫਿਰ ਉਹੀ ਪਬਲਿਕ ਹੈਲਥ ਦਾ ਇਸ਼ੂ ਬਣ ਜਾਂਦਾ ਹੈ, ਸੋਸ਼ੀਓਲੋਜੀ ਦਾ ਇਸ਼ੂ ਬਣ ਜਾਂਦਾ ਹੈ। ਪਰ ਇਹ ਜਿਹੜੀ ਅਪਰੋਚ ਸੀ ਨਾ ਕਿ ਸਟ੍ਰੈਸ ਕੈਨ ਬੀ ਗੁੱਡ,
ਤੇ ਹੌਰਮੇਸਿਸ ਦਾ ਫੀਲਡ, ਇਹ 50 ਕੁ ਸਾਲ ਇਸ ਲਈ ਇਹ ਇਗਨੋਰ ਹੋ ਗਿਆ ਜਦੋਂ ਸੈਕੰਡ ਵਰਲਡ ਵਾਰ 'ਚ ਰੇਡੀਏਸ਼ਨ ਦੇ ਇਫੈਕਟ ਆਏ, ਕਿ ਜਦੋਂ ਐਟਮ ਬੰਬ ਛੱਡੇ ਗਏ ਤੇ ਰੇਡੀਏਸ਼ਨ ਦੇ ਉੱਤੇ ਬੜਾ ਵੱਡਾ ਲੇਬਲ ਲੱਗਾ ਕਿ ਬੜੀ ਖਤਰਨਾਕ ਚੀਜ਼ ਹੈ। ਤੇ ਉਹਦੇ ਨਾਲ ਜਿੰਨੀ ਵੀ ਉਸ ਸਮੇਂ ਦੀ ਰਿਸਰਚ ਚੱਲ ਵੀ ਰਹੀ ਸੀ ਕਿ ਲੋ ਲੈਵਲ ਦੇ ਉੱਤੇ ਰੇਡੀਏਸ਼ਨ ਦੇ ਵੀ ਬੜੇ ਫਾਇਦੇ ਨੇ, ਹਾਂਜੀ, ਉਹ ਸਾਰੇ ਇੱਕ ਤਰੀਕੇ ਨਾਲ ਸੁਪਰੈਸ ਹੋ ਗਏ ਕਿ ਨਹੀਂ, ਰੇਡੀਏਸ਼ਨ ਕਦੇ ਵੀ ਚੰਗੀ ਨਹੀਂ ਹੋ ਸਕਦੀ। ਉਹ ਹੁਣ ਫਿਰ ਐਸੇ ਕਰੋਨਾ ਦੇ ਵਿੱਚ ਹੀ, ਇਹ ਸਾਡੇ ਫੀਲਡ ਦਾ ਇੱਕ ਬੜਾ ਵੱਡਾ ਮੇਰਾ ਸਾਇੰਸਦਾਨ ਹੈ ਐਡ ਕਲੈਬਰੀਜ਼ ਉੱਥੇ ਮੈਸਾਚੂਸਟਸ, ਉਹਦੇ ਪੇਪਰਾਂ ਦੇ ਬੇਸ 'ਤੇ ਉੱਥੇ ਬੋਸਟਨ ਦੇ ਇਲਾਕੇ 'ਚ ਕਰੋਨਾ ਦੇ ਬੜਾ ਇੰਟਰਸਟਿੰਗ ਟਰਾਇਲ ਸ਼ੁਰੂ ਹੋਇਆ ਕਿ ਅਸੀਂ ਕੀ ਰੇਡੀਏਸ਼ਨ ਦੇ ਸਕਦੇ ਹਾਂ, ਫੁੱਲ ਬੋਡੀ ਰੇਡੀਏਸ਼ਨ ਫਾਰ ਥੈਰੇਪੀ। ਹੁਣ ਇਹ ਗੱਲ ਫਿਰ ਦੂਜੇ ਪਾਸੇ ਕਲੀਨਿਕਲ ਚਲੀ ਜਾਏਗੀ ਸਾਡੇ ਏਜਿੰਗ ਦੇ ਮਾਮਲੇ 'ਚੋਂ। ਇਹ ਹੌਰਮੇਸਿਸ ਹੈ। ਹੌਰਮੇਸਿਸ ਉਹ ਹੈ ਜਿੱਥੇ ਤੁਸੀਂ ਮਾਈਲਡ ਤੇ ਰਿਪੀਟਡ ਸਟ੍ਰੈਸ ਜਿਹੜੀ ਹੈ ਤੁਹਾਡੇ ਲਈ ਬੈਨੀਫੀਸ਼ੀਅਲ ਹੁੰਦੀ ਹੈ। ਉਹ ਕਿਵੇਂ ਬੈਨੀਫੀਸ਼ੀਅਲ ਹੁੰਦੀ ਹੈ ਤੇ ਕਿਉਂ ਹੁੰਦੀ ਹੈ, ਉਹਦੇ ਸਟ੍ਰੈਸ ਰਿਸਪੌਂਸ ਦੇ ਪਾਥਵੇਜ਼ ਕਿਹੜੇ ਨੇ ਤੇ ਕਿਹੜੀ ਕਿਹੜੀ ਸਟ੍ਰੈਸ ਦੇ ਉੱਤੇ ਸਾਡੀਆਂ ਰਿਸਰਚਾਂ ਲੋਕਾਂ ਦੀਆਂ ਚੱਲ ਰਹੀਆਂ, ਕਿਹਦੇ ਬਾਰੇ ਡੇਟਾ ਹੈ। ਤੇ ਕਈ ਵਾਰੀ ਅਸੀਂ ਉਹੀ ਕੁਝ ਕਰ ਰਹੇ ਹੁੰਦੇ ਹਾਂ ਆਪਣੀ ਜ਼ਿੰਦਗੀ ਜਿਹਨੂੰ ਅਸੀਂ ਮੰਨਦੇ ਹਾਂ ਕਿ ਜਿਵੇਂ ਸਟ੍ਰੈਸ ਨਹੀਂ ਹੈ, ਪਰ ਉਹ ਅਸੀਂ ਜਾਣ ਬੁੱਝ ਕੇ ਸਟ੍ਰੈਸ ਲੈ ਰਹੇ ਹੁੰਦੇ ਹਾਂ। ਸਾਰਾ ਦਿਨ ਸਟ੍ਰੈਸਫੁਲ ਕੰਮ ਕਰਕੇ ਸ਼ਾਮ ਨੂੰ ਜਦੋਂ ਜਾਈਦਾ ਵੈ ਕੱਪੜੇ ਪੈਕ ਕਰਕੇ ਜਿਮ ਦੇ ਵਿੱਚ ਕਹੀਦਾ ਜਾਓ ਜੀ, ਤੇ ਉੱਥੇ ਜਾ ਕੇ ਪੈਸੇ ਵੀ ਦਿਓ। ਉਹ ਕੀ ਕਰ ਰਹੇ ਹਾਂ ਜੀ, ਅਸੀਂ ਡੈਲੀਬਰੇਟਲੀ ਸਟ੍ਰੈਸ ਲੈ ਰਹੇ ਹਾਂ, ਸਟ੍ਰੈਸ ਨੂੰ ਕੱਟਣ ਦੇ ਲਈ ਸਟ੍ਰੈਸ ਲੈ ਰਹੇ ਹਾਂ। ਇਹ ਨਹੀਂ ਹੈ ਫਿਰ ਉਹੀ ਹੋਮਿਓਪੈਥੀ ਵਾਲਾ ਆ ਜਾਏਗਾ ਕਿ ਇਹੀ ਤੇ ਹੋਮਿਓਪੈਥੀ ਕਹਿੰਦੀ ਹੈ ਕਿ ਜ਼ਹਿਰ ਨੂੰ ਜ਼ਹਿਰ ਮਾਰੇ, ਸਿਮਿਲੀ ਪ੍ਰਿੰਸੀਪਲ ਨਹੀਂ, ਉਹ ਬਿਲਕੁਲ ਦੂਜੀ ਹੋਰ ਲੈਵਲ ਦੀ ਗੱਲ ਹੈ। ਉਹ ਜਿਹੜੀ ਹੈ ਕਿ ਕਿਹੜਾ ਪੁਆਇੰਟ ਉਸੇ ਚੀਜ਼ ਨੂੰ ਇੰਡਿਊਸ ਕਰਦਾ, ਇਹ ਉਹ ਨਹੀਂ। ਇਹ ਹੈ ਸਟ੍ਰੈਸ ਆਫ ਚੋਇਸ। ਸਟ੍ਰੈਸ ਆਫ ਚੋਇਸ, ਜੇ ਤੁਸੀਂ ਆਪਣੀ ਸਟ੍ਰੈਸ ਨੂੰ ਚੁਣ ਸਕਦੇ ਹੋ, ਉਹ ਜਿਹੜੀ ਹੈ ਹੌਰਮੈਟਿਕ ਇਫੈਕਟ ਦਿੰਦੀ ਹੈ। ਹੌਰਮੈਟਿਕ ਇਫੈਕਟ ਦਾ ਜਨਰਲੀ ਮਤਲਬ ਕਿ ਹਾਂ ਇੱਕ ਖਾਸ ਡੋਜ਼ ਦੇ ਲੈਵਲ ਦੇ ਉੱਤੇ ਉਹਦੇ ਬੜੇ ਫਾਇਦੇ ਹੋਣਗੇ। ਉਹਨੂੰ ਕਈ ਵਾਰੀ ਯੂ ਸਟ੍ਰੈਸ ਵੀ ਸਾਈਕੋਲੋਜੀ ਵਾਲੇ ਕਹਿੰਦੇ, ਯੂ ਸਟ੍ਰੈਸ। ਯੂ ਸਟ੍ਰੈਸ ਮਾਨੇ ਚੰਗੀ ਸਟ੍ਰੈਸ, ਤੇ ਜਿਹੜੀ ਨਾਰਮਲ ਸਟ੍ਰੈਸ ਹੈ ਜ਼ਿਆਦਾ, ਉਹ ਭੈੜੀ ਸਟ੍ਰੈਸ। ਸੋ ਇਸ ਹੌਰਮੇਸਿਸ ਦੇ ਮੈਕੈਨਿਜ਼ਮਸ ਕਿਉਂਕਿ ਹੁਣ ਸਾਨੂੰ ਸਮਝ ਆਏ ਨੇ ਪਿਛਲੇ 20-25 ਸਾਲਾਂ 'ਚ, ਉਹਦੇ ਕਰਕੇ ਇਹ ਏਰੀਆ ਐਡਾ ਪਾਵਰਫੁਲ ਬਣ ਗਿਆ ਕਿ ਮੈਂ ਆਪਣਾ ਸਾਰਾ ਰਿਸਰਚ ਕਰੀਅਰ ਮੇਰੇ ਇਹਦੇ ਉੱਤੇ ਹੌਰਮੇਸਿਸ 'ਤੇ ਹੁਣ ਪਿਛਲੇ 15 ਸਾਲ ਤੋਂ ਮੇਰਾ ਚੱਲਦਾ। ਜੇ ਕੋਈ ਮੇਰੇ ਨਾਲ ਕੋਈ ਰਿਸਰਚ ਕਰਦਾ, ਇਹ ਹੌਰਮੇਸਿਸ ਦੇ ਆਸਪੈਕਟ ਦੇ, ਉਹਦੇ ਵਿੱਚੋਂ ਫਿਰ ਡਿਵੈਲਪ ਹੋਏ ਨੇ ਨਵੇਂ ਆਈਡੀਏ, ਹੌਰਮੈਟਿਕ ਵੇ ਆਫ ਲਾਈਫ। ਉਹ ਅਸੀਂ ਕੱਲ੍ਹ ਤੋਂ ਮੈਕੈਨਿਜ਼ਮਸ ਨੂੰ ਥੋੜ੍ਹਾ ਜਿਹਾ ਨਿਪਟਾ ਕੇ ਤੇ ਫਿਰ ਉਹਦੀ ਵੀ ਗੱਲਾਂ ਸ਼ੁਰੂ ਕਰਾਂਗੇ। ਅੱਜ 22 ਮਿੰਟ ਹੋ ਗਏ ਨੇ। ठीक है जी, आज की मुलाकात बस इतनी। ए चाइनीज़ वाइस मैन, द विजडम एंड लॉन्जेविटी, द पेंटिंग। जय हो।